ਜਦੋਂ ਮਨੁੱਖ ਨੂੰ ਗਿਆਨ ਹਾਸਲ ਹੋ ਜਾਂਦਾ ਹੈ ਤਾਂ ਗਿਆਨ ਮਨੁੱਖ ਨੂੰ ਸਿਖਰਾਂ ਤੇ ਪਹੁੰਚਾ ਦਿੰਦਾ ਹੈ। ਗਿਆਨ ਉਹ ਪਿਆਰੇ ਗੁਣ ਹਨ ਜਿਹੜੇ ਜੀਵਨ ਵਿੱਚ ਸੁਗੰਧੀ ਪੈਦਾ ਕਰਦੇ ਨੇ। ਗਿਆਨ ਦੇ ਕਈ ਪੱਖ ਨੇ। ਗਿਆਨ ਵੀ ਕਿੰਨੇ ਪ੍ਰਕਾਰ ਦਾ ਹੈ। ਕੋਈ ਸਾਇੰਸਦਾਨ ਹੈ ਤਾਂ ਉਹਦੇ ਕੋਲ ਸਾਇੰਸ ਦਾ ਵਿਗਿਆਨ ਦਾ ਗਿਆਨ ਹੈ। ਕੋਈ ਡਾਕਟਰ ਹੈ ਉਸ ਕੋਲ ਮਨੁੱਖੀ ਸਰੀਰ ਨੂੰ ਉਸ ਦੇ ਅੰਦਰ ਦੀ ਬਣਤਰ ਨੂੰ ਵੇਖ ਕੇ ਇਕੱਤਰ ਕੀਤਾ ਗਿਆਨ ਹੈ। ਇਸੇ ਤਰ੍ਹਾਂ ਦੁਨੀਆ ਦੇ ਅੰਦਰ ਵੱਖ-ਵੱਖ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਮਨੁੱਖ ਆਪਣੇ ਕਿੱਤੇ ਮੁਤਾਬਕ ਗਿਆਨ ਇਕੱਤਰ ਕਰਦੇ ਹਨ। ਕੋਈ ਵਕੀਲ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਵਕਾਲਤ ਦੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ, ਪਰ ਕੋਈ ਵਕੀਲ ਵਕਾਲਤ ਦੀਆਂ ਕਿਤਾਬਾਂ ਛੱਡ ਕੇ ਕੋਈ ਡਾਕਟਰ ਦੀਆਂ ਕਿਤਾਬਾਂ ਨਹੀਂ ਪੜ੍ਹਦਾ। ਇਸੇ ਤਰ੍ਹਾਂ ਇੱਕ ਸਾਇੰਸਦਾਨ ਵਕਾਲਤ ਦੀਆਂ ਕਿਤਾਬਾਂ ਨਹੀਂ ਪੜ੍ਹਦਾ। ਤਾਂ ਇਹ ਗਿਆਨ ਕਿੰਨੇ ਪ੍ਰਕਾਰ ਦਾ ਹੈ, ਪਰ ਇਹਨਾਂ ਤੋਂ ਸ਼੍ਰੋਮਣੀ ਗਿਆਨ ਹੈ ਬ੍ਰਹਮ ਗਿਆਨ। ਹੁਣ ਗਿਆਨ ਜਿਹੜਾ ਹੈ ਨਾ ਉਹ ਕਿਸੇ ਜਾਤ ਬਰਾਦਰੀ ਧਰਮ ਮਜ਼ਹਬ ਦਾ ਮੁਤਾਜ ਨਹੀਂ। ਗਿਆਨ ਕਿਸੇ ਨੂੰ ਵੀ ਹੋ ਸਕਦਾ ਹੈ। ਔਰ ਗਿਆਨ ਨੂੰ ਜੇ ਤੁਸੀਂ ਪ੍ਰਗਟ ਕਰਨਾ ਪਵੇ ਤਾਂ ਸ਼ਬਦਾਂ ਦੀ ਲੋੜ ਹੈ। ਸ਼ਬਦਾਂ ਤੋਂ ਬਿਨਾਂ ਆਪਾਂ ਗਿਆਨ ਨੂੰ ਕਿਸੇ ਅੱਗੇ ਨਹੀਂ ਰੱਖ ਸਕਦੇ। ਸ਼ਬਦ ਅਸਲ ਦੇ ਵਿੱਚ ਇੱਕ ਬਰਤਨ ਹੈ, ਭਾਂਡਾ ਹੈ, ਜਿਹਦੇ ਰਾਹੀਂ ਬੰਦਾ ਗਿਆਨ ਨੂੰ ਵਰਤਾਉਂਦਾ ਹੈ। ਸਾਡੇ ਸ਼ਬਦ ਜਿਹੜੇ ਨੇ ਇਹ ਬਰਤਨ ਵਾਂਗੂ ਨੇ। ਹੁਣ ਬਰਤਨ ਦੇ ਵਿੱਚ ਕਿਹੋ ਜਿਹੀ ਚੀਜ਼ ਪਾਉਣੀ ਹੈ, ਇਹ ਜਿਸ ਮਨੁੱਖ ਨੇ ਗਿਆਨ ਅੱਗੇ ਵੰਡਣਾ ਉਹਨੂੰ ਪਤਾ ਹੋਵੇ। ਸ਼ਬਦ ਬਰਤਨ ਨੇ। ਹੁਣ ਇਹਨਾਂ ਬਰਤਨਾਂ ਦੇ ਵਿੱਚ ਕਿਹੋ ਜਿਹੀ ਕੋਈ ਚੀਜ਼ ਪਾਉਂਦਾ ਹੈ ਇਹ ਉਹਦੇ 'ਤੇ ਡਿਪੈਂਡ ਕਰਦਾ ਹੈ। ਹੁਣ ਸਾਡੇ ਸਾਰਿਆਂ ਕੋਲ ਜ਼ੁਬਾਨ ਹੈ, ਅੱਖਰ ਨੇ। ਅੱਖਰਾਂ ਰਾਹੀਂ ਗਿਆਨ ਕਿਹੋ ਜਿਹਾ ਕਿਸੇ ਨੂੰ ਦੇਣਾ ਹੈ ਉਹ ਤਾਂ ਸਾਨੂੰ ਪਤਾ ਹੈ। ਜਿਹੋ ਜਿਹਾ ਸਾਡੇ ਭਾਂਡੇ ਵਿੱਚ ਕੋਈ ਵਸਤ ਪਈ ਹੈ ਉਹ ਜੇ ਆਪਾਂ ਵਰਤਾਉਂਦੇ ਹਾਂ। ਤਾਂ ਜਿਹੜਾ ਬ੍ਰਹਮ ਨਾਲ ਜੁੜਿਆ ਹੈ ਉਹਦੇ ਜੀਵਨ ਵਿੱਚ ਬ੍ਰਹਮ ਗਿਆਨ ਹੈ। ਕਬੀਰ ਸਾਹਿਬ ਨੇ ਤਾਂ ਹੀ ਬਚਨ ਕੀਤਾ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਕੋਈ ਗੀਤ ਨਹੀਂ, ਇਹ ਖਿਆਲੀ ਕਲਪਨਾ ਦੀ ਕੋਈ ਵਿਚਾਰ ਨਹੀਂ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਹੁਣ ਬ੍ਰਹਮ ਦੀ ਵਿਚਾਰ ਵਿੱਚੋਂ ਜਿਹੜਾ ਗਿਆਨ ਪ੍ਰਗਟ ਹੋਇਆ ਹੈ ਉਸ ਗਿਆਨ ਨੂੰ ਜਿਹਨੇ ਜੀਵਨ ਵਿੱਚ ਜੀ ਲਿਆ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਇੱਥੇ ਸਤਿਗੁਰ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਦੇ ਜੀਵਨ ਦੇ ਗੁਣਾਂ ਨੂੰ ਬਿਆਨ ਕੀਤਾ ਹੈ ਕਿ ਇੱਕ ਬ੍ਰਹਮ ਗਿਆਨੀ ਦੇ ਜੀਵਨ ਵਿੱਚ ਗੁਣ ਕੀ ਹੁੰਦੇ ਨੇ। ਹੁਣ ਬ੍ਰਹਮ ਗਿਆਨੀ ਇੱਕ ਬੱਚਾ ਵੀ ਹੋ ਸਕਦਾ, ਬ੍ਰਹਮ ਗਿਆਨੀ ਇੱਕ ਬੱਚੀ ਵੀ ਹੋ ਸਕਦੀ, ਇੱਕ ਔਰਤ ਵੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਸਕਦੀ ਹੈ, ਇੱਕ ਮਨੁੱਖ ਵੀ ਪਹੁੰਚ ਸਕਦਾ ਹੈ, ਇੱਕ ਬਜ਼ੁਰਗ ਇੱਕ ਜਵਾਨ ਵੀ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਪਹੁੰਚ ਸਕਦਾ ਹੈ। ਇੱਥੇ ਸਿਰਫ ਕਿਸੇ ਧਰਮੀ ਬੰਦੇ ਨਾਲ ਇਸ ਸ਼ਬਦ ਨੂੰ ਜੋੜ ਕੇ ਵੀ ਖਾਲੀ ਇੱਕ ਪਹਿਰਾਵਾ ਪਾ ਕੇ ਵਿਚਰਨ ਵਾਲਾ ਬੰਦਾ ਉਹੀ ਬ੍ਰਹਮ ਗਿਆਨੀ ਹੈ। ਅਸੀਂ ਜੇ ਇੱਕ ਇਤਿਹਾਸ ਵਿੱਚ ਵੇਖੀਏ ਤਾਂ ਬਹੁਤ ਸਾਰੀਆਂ ਐਸੀਆਂ ਇਸਤਰੀਆਂ ਬੱਚੀਆਂ ਜਾਂ ਗੁਰਸਿੱਖ ਬੀਬੀਆਂ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ। ਕਦੀ ਉਹਨਾਂ ਦਾ ਜ਼ਿਕਰ ਹੀ ਨਹੀਂ ਕੀਤਾ ਅਸੀਂ, ਕਦੀ ਵਿਚਾਰਨ ਦੀ ਲੋੜ ਹੀ ਨਹੀਂ ਮਹਿਸੂਸ ਕੀਤੀ ਵੀ ਉਹ ਵੀ ਤਾਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚੀਆਂ। ਮਾਤਾ ਗੁਜਰੀ ਜੀ ਵਰਗੀ ਬ੍ਰਹਮ ਅਵਸਥਾ ਕਹਿੰਦੀ ਹੋਵੇਗੀ, ਇਸ ਪੱਖ ਨੂੰ ਕਦੀ ਨਹੀਂ ਵਿਚਾਰਿਆ। ਬੀਬੀ ਨਾਨਕੀ, ਮਾਤਾ ਗੰਗਾ ਜੀ ਜਾਂ ਮਾਤਾ ਖੀਵੀ ਜੀ, ਇਹਨਾਂ ਦੇ ਜੀਵਨ ਨੂੰ ਕਦੀ ਨੇੜੇ ਹੋ ਕੇ ਵੇ, ਮਾਤਾ ਭਾਨੀ ਜੀ ਦੇ ਜੀਵਨ ਨੂੰ ਨੇੜੇ ਹੋ ਕੇ ਵੇਖੋ।
ਮਾਈ ਭਾਗੋ ਦੇ ਜੀਵਨ ਨੂੰ ਨੇੜੇ ਹੋ ਕੇ ਵੇਖੋ, ਤੁਹਾਨੂੰ ਬ੍ਰਹਮ ਗਿਆਨ ਵਾਲੇ ਗੁਣ ਨਜ਼ਰ ਆਉਣਗੇ ਉਹਨਾਂ ਦੇ ਜੀਵਨ ਵਿੱਚ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇੱਕ ਗੱਲ ਯਾਦ ਰੱਖਿਓ, ਇਸ ਅਸ਼ਟਪਦੀ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦੇ ਜੀਵਨ ਦੇ ਗੁਣਾਂ ਨੂੰ ਅੱਗੇ ਰੱਖਿਆ ਵੀ ਆਹ ਗੁਣ ਦੇ ਵਿੱਚ ਹੁੰਦੇ ਨੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਅਸ਼ਟਪਦੀ ਦੇ ਚੌਥੇ ਬੰਦ ਅੰਦਰ ਕਿਰਪਾ ਕੀਤੀ ਹੈ। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी केवल एक अकाल पुरख उत्ते आस भाव आसरा तकदा है, टेक लैंदा है, इक्को ते आस रखदा है। उन्होंने दुनिया की होर कोई आस नहीं। ब्रह्म ज्ञानी नूं केवल एक अकाल पुरख की आस है, ओट आसरा है। जदों बाणी पढ़ते हैं तो भगत साहिबान इस गल ते बड़ा जोर देंदे ने। ये बाबा रविदास साहब ने बड़े सुखैन ढंग नाल ये शब्द वरते ने, कह रविदास आस लग जीवों चिर पयो दर्शन देखे। वो कहते मैं केवल तेरी एक आस दे आसरे ही जी रहा वां, मैनू होर किसी की कोई आस नहीं। जे शेख फरीद शक्करकंज बाबा फरीद जी नूं पुछीए तो वह भी आखते ने, ये दोए नैना मत छूहो फिर देखण की आस। हुण कोई कह रहा भी दुनिया अंदर मेरी आस आ है, मेरी आस आ है, पर ब्रह्म ज्ञानी की केवल इक्को ही आस है। इनू गुरु अर्जन साहब ने अगे जाके बड़े प्यारे बचना रही समझाया है। एक आस हर मन रखो, नानक दुख भरम हो जाए। दूजियां दियां आसां रखेगा तो दुखी हो जाएगा, वहमां ते भरमां विच फसदा चला जाएगा। जिन्ना असीं संसार की आस ला के रखने उन्हें दुखी होने शुरू हो जाने, क्योंकि समा पा के वो आस टुट जाती है। कोई भरा ते आस ला के बैठा है, समा पा के भरा बदल जाता है। कोई पुत्र ते आस ला के बैठा, समा पा के पुत्र बदल जाता है। कोई माँ बाप ते आस समा पा के माँ बाप को मित्रां ते आस ला को पत्नी ते आस ला के बैठा है। कोई रिश्तेदारां ते आस ला के बैठा है। महाराज आखते ने कोई धन की आस ला के बैठा है, कोई पदवी की आस ला के बैठा है। ये आस समा पा के जदों साथ छड़ देंदी है तो बंदा फिर बड़ा दुखी हुंदा है। पर जदों रब की आस रखदा है, एक आस हर मन रखो, नानक दुख भरम हो जाए। भरम भी दूर हो जाता है। किहड़ा भरम कि आ जिन्हां दी आस ला के बैठा सा, जिन्हां पिछे मैं कहना सा अपनी जिंद वार देंगा, ये तो आस ही झूठी है। ये भरम भी खत्म हो गया तो वो दुख भी खत्म हो गया। क्योंकि जदों कोई छड्ड के जाता है उदों बंदा दुखी होंदा भी मैनू इहदे तो बड़ी आस सी। सुनिया होवेगा तुसीं शब्द, या एक शब्द बंदा वरता भी मैनू तेरे तो ये आस नहीं सी। इन्ना मतलब भी जदों को बंदा किसी दे बहुत ज़्यादा ट्रस्ट भरोसा करता है, विश्वास करता है, तो वह विश्वास टुट जाता है। तो फिर बंदा कहता मैनू तेरे तो ये आस नहीं सी, या बंदा कहता मैनू तेरे तो बड़ी आस है, भाव उम्मीद है तेरे तो। पर दुनिया दीयां उम्मीदां सदा नहीं रहिंदियां। एक अकाल पुरख की आस कदी जिहड़ी है ना निराश नहीं करती। इस करके महाराज कह रहे ने ब्रह्म ज्ञानी एक उत्ते आस रखदा है, ब्रह्म ज्ञानी का नहीं विनाश। यही कारण है कि ब्रह्म ज्ञानी कदी नाश नहीं हुंदा, वो कदी नाश नहीं। क्योंकि दुनिया की आस तो समा पा के खत्म हो गई। जदों आस खत्म हुई तो अपना वजूद भी खत्म हो गया भी हुण किहदे ते आस रखीए। पर अकाल पुरख की आस कदी खत्म नहीं हुंदी, वो आसरा कदी नाश नहीं हुंदा। ते जिहड़ा फिर उहदे सहारे ते खड़ा है वो किवें नाश हो सकता है। ब्रह्म ज्ञानी कह गरीबी समा, ब्रह्म ज्ञानी दे हिरदे विच गरीबी हुंदी है। गरीबी का भाव निमरता, हलीमी हुंदी है, प्यार हुंदा है, कोई किसी चीज़ का मान नहीं। ब्रह्म ज्ञानी कोल भावें जिन्ना मर्जी धन होवे, जिन्नी मर्जी शौहरत होवे, मान वडियाई होवे, पर वो कदी भी गरीबी का पल्ला नहीं छड्डदा।
ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ, ਭਾਈ ਗੁਰਦਾਸ ਜੀ ਆਖਦੇ ਨੇ ਵੀ ਰੱਬ ਦੇ ਦਰ 'ਤੇ ਜਾ ਕੇ ਬਾਬੇ ਨਾਨਕ ਨੇ 2-3 ਚੀਜ਼ਾਂ ਮੰਗੀਆਂ ਸਨ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਪਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਾਈ, ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਨੌ ਨਿਧ ਨਾਮ ਗਰੀਬੀ ਪਾਈ। ਉਹ ਸਾਰੇ ਖਜ਼ਾਨਿਆਂ ਤੋਂ ਉੱਤਮ ਨਾਮ ਦਾ ਖਜ਼ਾਨਾ ਤੇ ਦੂਸਰਾ ਗਰੀਬੀ। ਹੁਣ ਇਹ ਬ੍ਰਹਮ ਗਿਆਨੀ ਦੀ ਖਾਸੀਅਤ ਹੈ ਵੀ ਉਹਦੇ ਕੋਲ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਤਾਕਤ ਬਲ, ਪਰ ਉਹ ਕਦੀ ਆਪਣੇ ਆਪ ਨੂੰ ਤਾਕਤਵਰ ਨਹੀਂ ਵਿਖਾਉਂਦਾ, ਬਲਕਿ ਉਹ ਆਪਣੇ ਆਪ ਨੂੰ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ, ਵੀ ਮਹਾਰਾਜ ਅਸੀਂ ਤਾਂ ਨਿਮਾਣੇ ਹਾਂ ਬਸ। ਇਹ ਬ੍ਰਹਮ ਗਿਆਨੀ ਦੀ ਅਵਸਥਾ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਕਰਦੇ ਨੇ ਕਿ ਬ੍ਰਹਮ ਗਿਆਨੀ ਕੈ ਗਰੀਬੀ ਸਮਾ, ਹਿਰਦੇ ਵਿੱਚ ਸਦਾ ਗਰੀਬੀ ਹੈ, ਭਾਵ ਨਿਮਰਤਾ ਹੈ। ਬ੍ਰਹਮ ਗਿਆਨੀ ਪਰੇ ਉਪਕਾਰ ਮਾਹ, ਇਹੀ ਕਾਰਨ ਹੈ ਕਿ ਬ੍ਰਹਮ ਗਿਆਨੀ ਦੂਜਿਆਂ ਦਾ ਭਲਾ ਮੰਗਦਾ ਹੈ, ਭਲਾ ਕਰਦਾ ਹੈ, ਉਹਨੇ ਸਦਾ ਹੀ ਦੂਜਿਆਂ ਦਾ ਭਲਾ ਕਰਨਾ ਹੈ। ਉਹ ਤਾਂ ਘਾਲ ਖਾਏ ਕਿ ਛਤੋਂ ਦੇ, ਨਾਨਕ ਰਾਹ ਪਛਾਣੈ, ਸੇ ਵਿੱਚ ਦੁਨੀਆ ਸੇਵ ਕਮਾਈਐ, ਤਨ ਦਰਗਹਿ ਬੈਸਣ ਪਾਈਐ। ਆਓ ਇੱਕ ਐਸੇ ਬ੍ਰਹਮ ਗਿਆਨੀ ਦੀ ਤਸਵੀਰ ਇਤਿਹਾਸ ਵਿੱਚੋਂ ਵੇਖਣ ਦਾ ਯਤਨ ਕਰੀਏ, ਜਿਹਦੇ ਹਿਰਦੇ ਵਿੱਚ ਗਰੀਬੀ ਵੀ ਵਸੀ ਹੈ ਤੇ ਜਿਹੜਾ ਪਰੇ ਉਪਕਾਰ ਵੀ ਕਰ ਰਿਹਾ, ਭਲਾ ਵੀ ਕਰ ਰਿਹਾ, ਤੇ ਗੁਰੂ ਉਹਨੂੰ ਕਿਵੇਂ ਮਾਣ ਬਖਸ਼ਦਾ। ਕਿਉਂਕਿ ਆਪਾਂ ਕਿਸੇ ਪਹਿਰਾਵੇ ਵਾਲੇ ਨੂੰ, ਧਰਮੀ ਬਾਣੇ ਵਾਲੇ ਨੂੰ ਵੇਖ ਕੇ ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਪਰ ਕਦੀ ਇਤਿਹਾਸ ਦੇ ਪੰਨਿਆਂ ਵਿੱਚ ਨਜ਼ਰ ਮਾਰ ਕੇ ਵੇਖੀਏ, ਇਹੋ ਜਿਹੇ ਮਹਾਨ ਪੁਰਸ਼ ਵੀ ਹੋਏ ਨੇ ਜਿਨ੍ਹਾਂ ਦੇ ਜੀਵਨ ਵਿੱਚੋਂ ਬ੍ਰਹਮ ਗਿਆਨੀ ਵਾਲੇ ਗੁਣਾਂ ਦੀ ਖੁਸ਼ਬੂ ਆਉਂਦੀ, ਤੇ ਆਪਾਂ ਕਦੀ ਉਹਨਾਂ ਨੂੰ ਸ਼ਾਇਦ ਸਵੀਕਾਰ ਕੀਤਾ ਹੋਵੇ। ਇੱਥੇ ਕੋਈ ਬੰਦਾ ਬਾਣਾ ਪਾ ਕੇ ਆ ਜਾਵੇ, ਕੋਈ ਚਾਰ ਨਾਲ ਚੇਲੇ ਹੋਣ, ਚਿਮਟੇ ਢੋਲਕੀਆਂ ਵਾਲੇ ਨਾਲ, ਉਹਨਾਂ ਨੇ ਫੜੇ ਹੋਣ ਤੌਲੀਏ, ਤੇ ਆਪਾਂ ਮੱਥੇ ਟੇਕਦੇ ਹਾਂ, ਉਹਨਾਂ ਸੀਟ ਦੇ ਉੱਤੇ ਤੌਲੀਏ ਵਿਛਾ ਦਿੰਦੇ ਹਾਂ, ਪੈਰ ਤੱਕ ਫੜਨ ਜਾਂਦੇ ਹਾਂ, ਡੰਡੌਤ ਕਰਨ ਤੱਕ ਜਾਂਦੇ ਹਾਂ, ਤੇ ਭਾਵੇਂ ਬਾਅਦ ਵਿੱਚ ਉਹ ਜੱਗ ਜ਼ਾਹਰ ਹੋ ਜਾਣ ਤੇ ਫਿਰ ਬੰਦੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਕਿਉਂਕਿ ਆਪਾਂ ਇਹ ਵੇਖਦੇ ਹਾਂ ਵੀ 5-7 ਬੰਦਿਆਂ ਨੇ ਮੱਥਾ ਟੇਕ ਦੇਣਾ, ਅਸੀਂ ਵੀ ਨਾ ਰਹਿ ਜਾਈਏ। ਹੋ ਸਕਦਾ ਸ਼ਾਇਦ ਜਿਨ੍ਹਾਂ 5-7 ਜਣਿਆਂ ਨੇ ਮੱਥਾ ਟੇਕਿਆ ਹੈ ਤੇ ਉਹ ਐਵੇਂ ਥੋੜ੍ਹਾ ਟੇਕਣਗੇ, ਪਰ ਅਸੀਂ ਇਹ ਗੱਲ ਭੁੱਲ ਹੀ ਜਾਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੋਂ ਮਹਾਨ ਦੁਨੀਆ ਵਿੱਚ ਕੋਈ ਨਹੀਂ। ਤੇ ਕਈ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਜਾ ਕੇ ਪੈਰੀ ਪੈਂਦੇ ਨੇ, ਫਿਰ ਬੜਾ ਵੱਡਾ ਘੋਰ ਪਾਪ ਹੈ, ਗੁਨਾਹ ਹੈ, ਕਿ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਾ ਫਿਰ ਸਿੱਖ ਹੈ। ਔਰ ਇਤਿਹਾਸ ਦੇ ਪੰਨਿਆਂ ਵਿੱਚ ਨਜ਼ਰ ਮਾਰ ਕੇ ਵੇਖੋ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਤੇ 17ਵੀਂ 18ਵੀਂ ਸਦੀ ਤੱਕ ਕਿੰਨੇ ਸਿੱਖ ਹੋਏ ਨੇ ਭਲਾ। ਬਾਬਾ ਸ਼ਬਦ ਭਾਈ ਗੁਰਦਾਸ ਨੇ ਵਰਤਿਆ ਗੁਰੂ ਨਾਨਕ ਪਾਤਸ਼ਾਹ ਲਈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਸ ਤੋਂ ਬਾਅਦ ਬਾਬਾ ਸ਼ਬਦ ਵਰਤਿਆ ਗਿਆ, ਬਾਬਾ ਅਦਲੀ ਜੀ, ਬਾਬਾ ਆਦਮ ਜੀ, ਬਾਬਾ ਬੁੱਢਾ ਜੀ, ਇਸ ਤਰ੍ਹਾਂ ਬਾਬਾ ਦੀਪ ਸਿੰਘ, ਜਾਂ ਸ਼ਬਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬਜ਼ਾਦਿਆਂ ਨਾਲ, ਬਾਬਾ ਗੁਰਦਿੱਤਾ ਜੀ। ਬਾਬਾ ਸ਼ਬਦ ਜਿਹੜਾ ਪ੍ਰਚਲਿਤ ਹੈ, ਜਾਂ ਫਿਰ ਦੂਸਰਾ ਸ਼ਬਦ ਹੈ ਭਾਈ। ਜਿੰਨੇ ਵੀ ਭਾਈ ਗੁਰਦਾਸ, ਭਾਈ ਨੰਦ ਲਾਲ ਜੀ, ਭਾਈ ਤਾਰੂ ਸਿੰਘ, ਇਸੇ ਤਰ੍ਹਾਂ ਹੀ ਜਿੰਨੇ ਸਿੱਖ ਹੋਏ, ਸ਼ਹੀਦ ਹੋਏ, ਮਰਜੀਵੜੇ ਹੋਏ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਇਹ ਸਾਰੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਦੇ ਸ਼ਬਦ ਨਾਲ ਭਾਈ, ਨਾਂ ਨਾਲ ਭਾਈ ਜਾਂ ਬਾਬਾ ਸ਼ਬਦ। ਪਰ ਉਹਨਾਂ ਸਮਿਆਂ ਵਿੱਚ 18ਵੀਂ ਸਦੀ 17ਵੀਂ ਤੱਕ ਤੁਸੀਂ ਕਿਸੇ ਦੇ ਨਾਲ ਸੰਤ, ਸਾਧ, ਬ੍ਰਹਮ ਗਿਆਨੀ, ਇਹ ਸ਼ਬਦ ਨਹੀਂ ਤੁਸੀਂ ਸੁਣੇ, ਨਾ ਤੁਸੀਂ ਪੜ੍ਹੋਗੇ ਕਦੀ। ਸਾਰਿਆਂ ਨਾਲ ਭਾਈ ਸ਼ਬਦ ਜਾਂ ਫਿਰ ਬਾਬਾ ਸ਼ਬਦ, ਬਹੁਤਿਆਂ ਨਾਲ, ਬਹੁਤ ਘੱਟ ਨਾਲ ਬਾਬਾ ਸ਼ਬਦ, ਜਾਂ ਬਹੁਤਿਆਂ ਨਾਲ ਭਾਈ ਸ਼ਬਦ, ਜਾਂ ਬੀਬੀ ਸ਼ਬਦ, ਜਾਂ ਫਿਰ ਮਾਤਾ ਸ਼ਬਦ।
ਪਰ ਕਿਤੇ ਵੀ ਬ੍ਰਹਮ ਗਿਆਨੀ ਸੰਤ ਸਾਧ ਇਹ ਸ਼ਬਦ ਮਹਾਰਾਜ ਨੇ ਸਿੱਖਾਂ ਨਾਲ ਨਹੀਂ ਲਾਏ। ਪਰ ਜਦੋਂ ਸੰਪਰਦਾਵਾਂ ਚੱਲੀਆਂ ਨਾ, ਜਿਵੇਂ ਭਾਈ ਕਨ੍ਹਈਆ ਜੀ ਦੀ ਸੰਪਰਦਾ ਹੋ ਗਈ, ਇਸੇ ਤਰ੍ਹਾਂ ਹੋਰ ਸੋਢੀ ਕੁਲ ਵੰਸ਼ ਵਾਲੇ ਅੱਗੇ ਇਹ ਸਾਰੀਆਂ ਦੀ ਸੰਪਰਦਾਵਾਂ ਚੱਲੀਆਂ ਨਾ, ਉਹਨਾਂ ਦੇ ਮੰਨਣ ਵਾਲਿਆਂ ਨੇ ਆਪਣੀ ਪੂਜਾ ਕਰਾਉਂਦਿਆਂ ਫਿਰ ਆਪਣੇ ਨਾਮ ਨਾਲ ਇਹ ਵੱਡੀਆਂ ਡਿਗਰੀਆਂ ਲਾ ਲਈਆਂ ਹੋਵੇ। ਔਰ ਕਮਾਲ ਹੈ, ਹੁਣ ਤਾਂ ਇਹੋ ਜਿਹੇ ਬ੍ਰਹਮ ਗਿਆਨੀ 1008 ਇਹ ਸ਼ਬਦ ਦੱਸੋ ਵੀ 1008 ਦਾ ਮਤਲਬ ਕੀ ਹੈ? ਜਿੰਨੀ ਵੱਡੀ ਡਿਗਰੀ ਓਨਾ ਵੱਡਾ ਬਾਬਾ ਹੈ। ਖੈਰ ਇਤਿਹਾਸ ਵਿੱਚੋਂ ਪੜ੍ਹੀਏ ਤੇ ਵਿਚਾਰੀਏ, ਵੇਖੀਏ ਵੀ ਵਾਕਿਆ ਬ੍ਰਹਮ ਗਿਆਨੀ ਦੀ ਅਵਸਥਾ ਵਾਲੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਕਦੀ ਆਪਣੇ ਨਾਂ ਨਾਲ ਬ੍ਰਹਮ ਗਿਆਨੀ ਸ਼ਬਦ ਨਹੀਂ ਲਾਇਆ, ਗਿਆਨੀ ਸ਼ਬਦ ਵੀ ਨਹੀਂ ਲਾਇਆ ਇਸ ਤੱਕ। ਭਾਈ ਸ਼ਬਦ ਲਾ ਕੇ ਖੁਸ਼ ਹੋ ਗਏ ਕਿਉਂਕਿ ਗੁਰੂ ਸਾਹਿਬ ਨੇ ਦਿੱਤਾ ਨਾਂ। ਭਾਈ ਮਰਦਾਨਾ ਭਾਈ ਬਣਾਇਆ, ਭਰਾ ਬਣਾਇਆ, ਗੁਰੂ ਨੇ ਭਰਾ ਬਣਾ ਲਿਆ, ਤੂੰ ਮੇਰੇ ਬਰਾਬਰ ਹੈ। ਭਰਾ ਦਾ ਮਤਲਬ ਹੀ ਬਰਾਬਰਤਾ ਦਾ ਪ੍ਰਤੀਕ ਹੁੰਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਇੱਕ ਸਿੱਖ ਹੈ, ਲਾਹੌਰ ਤੋਂ ਥੋੜ੍ਹੀ ਦੂਰੀ 'ਤੇ ਇੱਕ ਨਗਰ ਹੈ, ਪਿੰਡ ਹੈ ਅੰਬਵਾੜੀ। ਅੰਬਵਾੜੀ ਪਿੰਡ ਵਿੱਚ ਇੱਕ ਉੱਪਲ ਖੱਤਰੀ ਪਰਿਵਾਰ ਰਹਿੰਦਾ ਸੀ, ਭਾਈ ਬੀਨਾ। ਭਾਈ ਬੀਨੇ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਸ਼ਮਗਤ। ਉਹ ਬੱਚਾ ਜਵਾਨ ਹੋਇਆ ਤੇ ਜ਼ਿੰਮੇਵਾਰੀਆਂ ਨੂੰ ਸੰਭਾਲਦਾ ਹੋਇਆ ਉਹਨੇ ਸਿਰ 'ਤੇ ਟੋਕਰੀ ਰੱਖ ਕੇ ਤੇ ਸਮਾਨ ਵੇਚਣਾ, ਘਰਾਂ ਦੇ ਵਿੱਚ ਜਾ ਕੇ ਵੇਚਣਾ ਕਰਨਾ, ਫੇਰੀ ਲਾਉਣੀ, ਤੇ ਲੋਕਾਂ ਨੇ ਉਹਦਾ ਨਾਂ ਹੀ ਫੇਰੂ ਰੱਖ ਦਿੱਤਾ ਕਿ ਫੇਰੀ ਲਾਉਂਦਾ ਸੀ। ਹੁਣ ਇਹ ਫੇਰੂ ਨਾਂ ਦਾ ਨੌਜਵਾਨ ਇੱਕ ਦਿਨ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਕਮਾਉਣ ਵਾਲਾ ਭਾਈ ਭਗਤੂ, ਜਿਹਦੇ ਪਿਤਾ ਬਾਬਾ ਆਦਮ ਜੀ ਸਨ, ਇਹ ਮਾਲਵੇ ਖੇਤਰ ਵਿੱਚ ਰਹਿਣ ਵਾਲੇ ਸਨ। ਭਾਈ ਭਗਤੂ ਜਿਹੜੇ ਨੇ ਇਹਨਾਂ ਦਾ ਕਿਰਦਾਰ ਵੀ ਬੜਾ ਉੱਚਾ ਸੀ ਤੇ ਬਾਬਾ ਆਦਮ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿੱਖ ਹੋਏ ਨੇ। ਤੇ ਭਾਈ ਭਗਤੂ ਜੀ ਜਿਹੜੇ ਨੇ ਇਹ ਬਾਬਾ ਆਤਮ ਨੇ ਸੇਵਾ ਭਗਤੀ ਬੰਦਗੀ ਕੀਤੀ ਸੀ, ਇਸ ਕਰਕੇ ਇਹਨਾਂ ਦਾ ਜਨਮ ਹੋਇਆ ਤੇ ਨਾਂ ਹੀ ਭਗਤੂ ਰੱਖਦਾ ਕਿਉਂਕਿ ਭਗਤੀ ਵਿੱਚੋਂ ਹੀ ਮੰਨ ਲਓ ਇਹਦਾ ਜਨਮ ਹੋਇਆ ਸੀ। ਭਾਈ ਭਗਤੂ ਜੀ ਦੀ ਮੁਲਾਕਾਤ ਜਿਹੜੀ ਹੈ ਨਾ ਉਹ ਭਾਈ ਫੇਰੂ ਨਾਲ ਹੋ ਗਈ ਤੇ ਭਾਈ ਭਗਤੂ ਜੀ ਭਾਈ ਫੇਰੂ ਨੂੰ ਨਾਲ ਲੈ ਕੇ ਤੇ ਗੁਰੂ ਹਰਿਰਾਏ ਪਾਤਸ਼ਾਹ ਚਰਨਾਂ ਵਿੱਚ ਆ ਗਏ। ਚਰਨਾਂ ਵਿੱਚ ਆਏ ਤੇ ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਫੇਰੂ ਜੀ ਨੂੰ ਲੰਗਰਾਂ ਵਿੱਚ ਸੇਵਾ ਦਿੱਤੀ। ਇਹ ਸੇਵਾ ਲਾਗੇ ਕਰਨ, ਸੇਵਾ ਇੰਨੀ ਲਗਨ ਨਾਲ ਕੀਤੀ, ਇੰਨੀ ਪਿਆਰ ਨਾਲ ਕੀਤੀ, ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਕਿ ਉਹਨਾਂ ਨੂੰ ਨੱਕੇ ਦੇ ਪਰਗਨੇ ਇਲਾਕੇ ਵਿੱਚ ਇਹਨਾਂ ਨੂੰ ਮਸੰਦ ਥਾਪ ਦਿੱਤਾ। ਮਸੰਦ ਦਾ ਅਰਥ ਹੁੰਦਾ ਸੀ ਉਦੋਂ ਜਿਹੜਾ ਪ੍ਰਚਾਰ ਕਰਦਾ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਸੰਦ, ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀਆਂ ਥਾਪੀਆਂ, ਮਸੰਦ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਥਾਪੇ ਸਨ ਵੀ ਗੁਰਮਤਿ ਦਾ ਪ੍ਰਚਾਰ ਕੀਤਾ ਜਾਵੇ। ਤੇ ਜਿਹੜੀ ਸੇਵਾਕਾਰ ਭੇਟਾਂ ਹੁੰਦੀ ਸੀ, ਦਸਵੰਧ ਹੁੰਦਾ ਸੀ, ਇਕੱਠਾ ਕਰਕੇ ਲਿਆਉਂਦੇ ਹੁੰਦੇ ਸਨ। ਭਾਈ ਫੇਰੂ ਨੂੰ ਮਸੰਦ ਥਾਪ ਦਿੱਤਾ। ਇਹ ਨੱਕੇ ਦਾ ਇਲਾਕਾ ਜਿਹੜਾ ਹੈ ਨਾ, ਰਾਵੀ ਅਤੇ ਸਤਲੁਜ ਦਰਿਆ ਦੇ ਵਿਚਲਾ ਜਿਹੜਾ ਏਰੀਆ ਉਹਨੂੰ ਨੱਕੇ ਦਾ ਇਲਾਕਾ ਕਿਹਾ ਜਾਂਦਾ ਹੈ। ਹੁਣ ਇੱਥੇ ਰਹਿ ਕੇ ਇਹ ਸੇਵਾ ਲਾਗੇ ਕਰਨ, ਜਿਹੜਾ ਦਸਵੰਧ ਇਹਨਾਂ ਨੂੰ ਮਿਲਦਾ ਤੇ ਇਹਨਾਂ ਲੋੜਵੰਦਾਂ ਵਿੱਚ ਵੰਡ ਦੇਣਾ, ਕਿਸੇ ਨੂੰ ਭੋਜਨ ਛਕਾ ਦੇਣਾ, ਕਿਸੇ ਨੂੰ ਵਸਤਰ ਸਮਾ ਦੇਣੇ। ਤਾਂ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਨਾ। ਤੇ ਗੁਰੂ ਪਿਆਰ ਵਾਲਿਓ, ਧੰਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਜਿਹੜੇ ਮਸੰਦ ਕਰਪਟ ਹੋ ਚੁੱਕੇ ਸਨ ਵੀ ਗੁਰੂ ਘਰ ਦੀ ਮਾਇਆ ਦੀ ਦੁਰਵਰਤੋਂ ਲਾਗੇ ਕਰਨ, ਮਾੜੇ ਕੰਮ ਲਾਗੇ ਕਰਨ, ਮਹਾਰਾਜ ਨੇ ਫਿਰ ਉਹਨਾਂ ਸਾਰੇ ਮਸੰਦਾਂ ਨੂੰ ਬੁਲਾਵਾ ਭੇਜਿਆ। ਬਲਕਿ ਇਹ ਇੱਥੋਂ ਤੱਕ ਹੁਕਮ ਕੀਤਾ ਵੀ ਉਹਨਾਂ ਸਾਰਿਆਂ ਦੀਆਂ ਦਾੜੀਆਂ ਫੜ ਕੇ ਲੈ ਕੇ ਆਓ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸਾਰੇ ਮਸੰਦਾਂ ਨੂੰ ਹੁਕਮ ਕੀਤਾ, ਦਾੜੀਆਂ ਫੜ ਕੇ ਉਹਨਾਂ ਨੂੰ ਲਿਆਉਂਦਾ ਗਿਆ। ਇੱਧਰੋਂ ਭਾਈ ਫੇਰੂ ਜੀ ਨੱਕੇ ਨਗਰ ਵਿੱਚ ਰਹਿ ਰਹੇ ਨੇ ਤੇ ਮਸੰਦਾਂ ਨੇ ਸ਼ਿਕਾਇਤ ਲਾਈ ਵੀ ਇਹ ਉਹ ਮਸੰਦ ਤੇ ਰਹਿ ਹੀ ਗਿਆ ਤੇ ਮਹਾਰਾਜ ਅਸੀਂ ਤਾਂ ਫਿਰ ਵੀ ਥੋੜ੍ਹਾ ਬਹੁਤ ਕੁਝ ਦੇ ਜਾਂਦੇ ਹਾਂ, ਉਹ ਤਾਂ ਕਦੀ ਆਇਆ ਹੀ ਨਹੀਂ ਇੱਥੇ। ਉਹਨੇ ਇੱਕ ਪੰਜੀ ਨਹੀਂ, ਕਦੀ ਇੱਕ ਪੈਸਾ ਨਹੀਂ ਇੱਥੇ ਦਿੱਤਾ।
महाराज ਉਹਨੂੰ ਵੀ ਪੁੱਛੋ। ਸਾਹਿਬ ਕਹਿ ਲਗੇ ਉਹਨੂੰ ਵੀ ਬੁਲਾਓ, ਉਹਦੀ ਵੀ ਦਾੜੀ ਫੜ ਕੇ ਲਿਆਓ। ਪਰ ਭਾਈ ਫੇਰੂ ਜੀ ਦਾ ਜੀਵਨ ਇੰਨਾ ਉੱਚਾ ਸੀ ਕਿ ਜਿਹੜੇ ਸਿੱਖ ਗਏ ਸਨ ਉਹਨਾਂ ਦੀ ਹਿੰਮਤ ਹੀ ਨਹੀਂ ਪਈ ਦਾੜੀ ਨੂੰ ਹੱਥ ਲਾਉਣ ਦੀ। ਉਹ ਤਾਂ ਨਮਸਕਾਰ ਕਰਦੇ ਸਨ, ਚਰਨਾਂ 'ਤੇ ਮੱਥਾ ਟੇਕਦੇ ਸਨ, ਉਹਨਾਂ ਦੀ ਹਿੰਮਤ ਨਾ ਪਈ ਵੀ ਦਾੜੀ ਫੜੀਏ। ਅਤੇ ਭਾਈ ਫੇਰੂ ਜੀ ਆਪਣੀ ਦਾੜੀ ਆਪ ਹੀ ਫੜ ਕੇ ਅਨੰਦਪੁਰ ਆ ਗਏ। ਮੇਰੇ ਗੁਰੂ ਦਾ ਹੁਕਮ ਹੈ ਵੀ ਦਾੜੀ ਫੜ ਕੇ ਲੈ ਕੇ ਆਓ, ਜੇ ਤੁਸੀਂ ਨਹੀਂ ਫੜਦੇ ਮੈਂ ਆਪ ਫੜ ਕੇ ਲਿਆਉਣਾ। ਆਪਣੀ ਦਾੜੀ ਫੜ ਕੇ ਆਪ ਅਨੰਦਪੁਰੀ ਵਿੱਚ ਆਏ, ਚਰਨਾਂ 'ਚ ਮੱਥਾ ਟੇਕਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਜਾਣਦੇ ਸਨ। ਮਹਾਰਾਜ ਕਹਿ ਲਗੇ ਭਾਈ ਫੇਰੂ ਤੂੰ ਭਾਵੇਂ ਮਾਇਆ ਗੋਲਕ ਦੀ ਜਿਹੜੀ ਹੈ ਦਸਵੰਧ ਜਿਹੜਾ ਸਾਡੇ ਤੱਕ ਨਹੀਂ ਸੀ ਲੈ ਕੇ ਆਉਣਾ, ਪਰ ਸਾਡੇ ਤੱਕ ਪਹੁੰਚ ਜਾਂਦੀ ਸੀ, ਕਿਉਂਕਿ ਤੂੰ ਉਸ ਇੱਕ ਵੀ ਪੈਸੇ ਨੂੰ ਗਲਤ ਥਾਂ 'ਤੇ ਨਹੀਂ ਵਰਤਿਆ, ਬਲਕਿ ਲੋਕਾਂ ਦੀ ਭਲਾਈ ਵਾਸਤੇ ਵਰਤਿਆ, ਤੂੰ ਭਲੇ ਵਾਸਤੇ ਵਰਤਿਆ। ਇਸ ਕਰਕੇ ਭਾਈ ਫੇਰੂ ਤੇਰੀ ਦਾੜੀ ਸੱਚੀ ਹੈ। ਸੱਚੀ ਦਾੜੀ ਦਾ ਖਿਤਾਬ ਦਿੱਤਾ ਅਤੇ ਸੀਨੇ ਨਾਲ ਲਾ ਲਿਆ। ਹੁਣ ਇਹੋ ਜਿਹੇ ਭਾਵੇਂ ਗੁਰੂ ਤੋਂ ਕਿੰਨੀ ਦੂਰ ਬੈਠੇ ਨੇ, ਪਰ ਅੰਦਰ ਗੁਰੂ ਦੇ ਗਿਆਨ ਦੀ ਜਿਹੜੀ ਹੈ ਸਿੱਖਿਆ ਉਹ ਟਿਕੀ ਹੋਈ ਹੈ, ਉਹ ਗੁਣਾਂ ਨੂੰ ਜੀ ਰਹੇ ਨੇ। ਤਾਂ ਇਹੋ ਜਿਹੇ ਮਹਾਂਪੁਰਖ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਪਹੁੰਚੇ ਹੋਏ ਨੇ। ਨਹੀਂ ਤਾਂ ਕਈ ਮਸੰਦ ਗੁਰੂ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹੋਏ ਵੀ ਕਰਪਟ ਸਨ, ਕੋਲ ਰਹਿੰਦੇ ਬੇਈਮਾਨੀਆਂ ਕਰੀ ਜਾਂਦੇ ਸਨ, ਠੱਗੀਆਂ ਕਰੀ ਜਾਂਦੇ ਸਨ। ਇੱਥੋਂ ਤੱਕ ਸ਼ੀਹੇ ਮਸੰਦ ਵਰਗੇ ਗੋਲੀ ਵੀ ਚਲਾ ਦਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ 'ਤੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਇੱਥੇ ਇਹ ਹੈ ਕਿ ਬ੍ਰਹਮ ਗਿਆਨੀ ਇੱਕ ਅਵਸਥਾ ਦਾ ਨਾਂ ਹੈ ਕਿ ਬੰਦੇ ਅੰਦਰ ਰੱਬੀ ਗੁਣ ਆ ਜਾਂਦੇ ਨੇ। ਉਹ ਗੁਣ ਜਿਨ੍ਹਾਂ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਕਰ ਰਹੇ ਨੇ, ਮਹਾਰਾਜ ਕਿਰਪਾ ਕਰਦੇ ਨੇ। ਬ੍ਰਹਮ ਗਿਆਨੀ ਪਰੇ ਉਪਕਾਰ ਉਮਾ, ਉਹਨੂੰ ਚਾਅ ਚੜ੍ਹ ਜਾਂਦਾ, ਕਿਸੇ ਦਾ ਭਲਾ ਕਰਨਾ ਹੋਵੇ, ਕਿਸੇ ਦੀ ਸੇਵਾ ਕਰਨੀ ਹੋਵੇ, ਉਹਨੂੰ ਚਾਅ ਹੀ ਚੜ੍ਹਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਭਲਾ ਕਰਦਾ ਦੂਜਿਆਂ ਦਾ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਧੰਦਾ ਦਾ ਅਰਥ ਹੈ ਮਾਇਕ ਪਦਾਰਥਾਂ ਦੇ ਜਾਲ ਵਿੱਚ ਫਸ ਜਾਣਾ। ਬ੍ਰਹਮ ਗਿਆਨੀ ਕਦੀ ਵੀ ਜੰਜਾਲਾਂ ਵਿੱਚ ਨਹੀਂ ਫਸਦਾ। ਕੰਮ ਉਹ ਵੀ ਇਸ ਤਰ੍ਹਾਂ ਹੀ ਕਰਦਾ ਜਿਵੇਂ ਆਪਾਂ ਕਰਦੇ ਹਾਂ, ਪਰ ਸਾਡੀ ਅੰਦਰੋਂ ਪਕੜ ਹੁੰਦੀ ਹੈ। ਅਸੀਂ ਧਾਰਮਿਕ ਸਥਾਨਾਂ 'ਤੇ ਬੈਠੇ ਹੋਏ ਵੀ ਗਿਣਤੀ ਮਿਣਤੀ ਕਰਦੇ ਰਹਿੰਦੇ ਹਾਂ, ਅੱਜ ਇਹਦੇ ਕੋਲੋਂ ਇੰਨਾ ਲਿਆ ਅਤੇ ਇੰਨਾ ਦਿੱਤਾ, ਇੰਨਾ ਰਹਿ ਗਿਆ ਵਾ। ਪਰ ਬ੍ਰਹਮ ਗਿਆਨੀ ਜਿਹੜਾ ਉਹ ਸੰਸਾਰ ਵਿੱਚ ਵਿਚਰਦਾ ਹੋਇਆ ਵੀ ਅੰਦਰੋਂ ਪਕੜ ਨਹੀਂ ਰੱਖਦਾ ਮਾਇਆ ਦੀ, ਮਾਇਕ ਪਦਾਰਥਾਂ ਦੇ ਜੰਜਾਲਾਂ ਵਿੱਚ ਨਹੀਂ ਫਸਿਆ ਰਹਿੰਦਾ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਕਿਉਂਕਿ ਬ੍ਰਹਮ ਗਿਆਨੀ ਆਪਣੇ ਦੌੜਦੇ ਹੋਏ ਮਨ ਨੂੰ ਬੰਨ੍ਹ ਲਾ ਲੈਂਦਾ। ਉਹ ਕਹਿੰਦਾ ਨਹੀਂ ਇੱਥੇ ਹੀ ਰਹਿ। ਉਹ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਟਿਕਾ ਕੇ ਰੱਖਦਾ। ਉਹ ਉੱਧਰ ਨਹੀਂ ਜਾਣ ਦਿੰਦਾ, ਜੰਜਾਲਾਂ 'ਚ ਫਸਣ ਨਹੀਂ ਦਿੰਦਾ, ਜੰਜਾਲਾਂ ਦਾ ਗੁਲਾਮ ਨਹੀਂ ਹੁੰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਭਾਈ ਬ੍ਰਹਮ ਗਿਆਨੀ ਦੀਆਂ ਨਜ਼ਰਾਂ ਵਿੱਚ ਸਭ ਭਲਾ ਹੋ ਰਿਹਾ। ਉਹ ਕਦੀ ਨਹੀਂ ਕਹਿੰਦਾ ਵੀ ਮਾੜਾ ਹੋ ਰਿਹਾ। ਜੋ ਵੀ ਅਕਾਲ ਪੁਰਖ ਕਰ ਰਿਹਾ ਉਹ ਕਹਿੰਦਾ ਸਭ ਭਲਾ ਹੈ, ਮਾੜਾ ਨਹੀਂ। ਬ੍ਰਹਮ ਗਿਆਨੀ ਸੁਫਲ ਫਲਾ, ਇਸ ਕਰਕੇ ਬ੍ਰਹਮ ਗਿਆਨੀ ਨੂੰ ਚੰਗਾ ਫਲ ਪ੍ਰਾਪਤ ਹੁੰਦਾ ਹੈ। ਸੁਫਲ ਫਲਾ, ਚੰਗਾ ਫਲ ਲੱਗਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਬਸ ਜਿਨ੍ਹਾਂ ਨੇ ਬ੍ਰਹਮ ਗਿਆਨੀ ਦੀ ਸੰਗਤ ਕਰ ਲਈ ਬਸ ਉਹਦਾ ਉਧਾਰ ਹੋ ਜਾਂਦਾ ਹੈ। ਜਿਨ੍ਹਾਂ ਨੇ ਐਸੇ ਪੁਰਖਾਂ ਦੀ ਸੰਗਤ ਕੀਤੀ ਜਿਨ੍ਹਾਂ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਕਰ ਰਹੇ ਨੇ, ਜਿਨ੍ਹਾਂ ਜੀਵਨ ਵਿੱਚ ਇਹੋ ਜਿਹੇ ਗੁਣ ਨੇ, ਬਸ ਉਹਨਾਂ ਦੀ ਸੰਗਤ ਕਰਨ ਵਾਲੇ ਤਰ ਗਏ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਤਾਂ ਬ੍ਰਹਮ ਗਿਆਨੀ ਦੇ ਰਾਹੀਂ ਇਹ ਸਾਰਾ ਸੰਸਾਰ ਜਿਹੜਾ ਹੈ ਉਹ ਨਾਮ ਜਪਣ ਲੱਗ ਪੈਂਦੇ, ਕਿਉਂਕਿ ਬ੍ਰਹਮ ਗਿਆਨੀ ਦਾ ਇੱਕੋ ਹੀ ਮਿਸ਼ਨ ਹੈ, ਇੱਕੋ ਹੀ ਮਕਸਦ ਹੈ ਕਿ ਸਾਰਾ ਜਗਤ ਹੀ ਬ੍ਰਹਮ ਦੀ ਵਿਚਾਰ ਵਾਲਾ ਹੋਵੇ, ਬ੍ਰਹਮ ਨਾਲ ਜੁੜਿਆ ਹੋਵੇ। ਬ੍ਰਹਮ ਗਿਆਨੀ ਕਹਿ ਏਕੈ ਰੰਗ, ਹੁਣ ਰੰਗ ਦਾ ਅਰਥ ਹੈ ਪਿਆਰ। ਬ੍ਰਹਮ ਗਿਆਨੀ ਦੇ ਅੰਦਰ ਕੇਵਲ ਇੱਕ ਅਕਾਲ ਪੁਰਖ ਦਾ ਪਿਆਰ ਹੈ, ਬਸ ਉਸ ਕਰਤੇ ਨਾਲ ਹੀ ਪ੍ਰੇਮ ਕਰਦਾ ਉਹ। ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਇਸ ਕਰਕੇ ਭਾਈ ਬ੍ਰਹਮ ਗਿਆਨੀ ਦੇ ਅੰਗ ਸੰਗ ਰਹਿੰਦਾ ਹੈ ਪ੍ਰਭ ਪਰਮੇਸ਼ਰ, ਅਤੇ ਬ੍ਰਹਮ ਗਿਆਨੀ ਸਦਾ ਬ੍ਰਹਮ ਦੇ ਅੰਗ ਸੰਗ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਨਾਮ ਆਧਾਰ,
ਹੁਣ ਬ੍ਰਹਮ ਗਿਆਨੀ ਦੇ ਮਨ ਵਿੱਚ ਕੇਵਲ ਇੱਕ ਨਾਮ ਦਾ ਹੀ ਆਸਰਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਹੁਣ ਨਾਮ ਹੀ ਬ੍ਰਹਮ ਗਿਆਨੀ ਵਾਸਤੇ ਉਹਦਾ ਪਰਿਵਾਰ ਹੈ। ਰੱਬੀ ਗੁਣ ਹੀ ਉਹਦੇ ਵਾਸਤੇ ਪਰਿਵਾਰ ਹੈ। ਨਾਮ ਹੀ ਆਧਾਰ ਆਸਰਾ ਹੈ, ਨਾਮ ਹੀ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਸਦਾ ਜਾਗਦਾ ਰਹਿੰਦਾ ਹੈ, ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਇੱਕ ਜਾਗਣਾ ਹੁੰਦਾ ਹੈ ਸਰੀਰ ਕਰਕੇ। ਕੋਈ ਬੰਦਾ ਸੁੱਤਾ ਹੈ 5 ਘੰਟੇ 7 ਘੰਟੇ ਬਾਅਦ ਅੱਖਾਂ ਖੁੱਲ੍ਹ ਗਈਆਂ, ਰਾਤ ਨੂੰ ਸੁੱਤਾ ਸਵੇਰੇ ਉੱਠ ਗਿਆ, ਪਰ ਉਹਨੂੰ ਜਾਗਣਾ ਨਹੀਂ ਕਹਿੰਦੇ। ਜਾਗਰਤ ਅਵਸਥਾ ਦਾ ਭਾਵ ਹੈ ਸੁਚੇਤ ਹੋਣਾ। ਜਾਗਿਆ ਹੋਇਆ ਮਨੁੱਖ ਬੋਲਣ ਤੋਂ ਪਹਿਲਾਂ ਕੀ ਬੋਲਣਾ ਹੈ ਇਹ ਸੋਚਦਾ ਹੈ। ਜਾਗਿਆ ਹੋਇਆ ਮਨੁੱਖ ਵੇਖਣ ਤੋਂ ਪਹਿਲਾਂ ਸੋਚਦਾ ਵੀ ਵੇਖਣਾ ਕੀ ਹੈ। ਜਾਗਿਆ ਹੋਇਆ ਮਨੁੱਖ ਚੱਲਣ ਤੋਂ ਪਹਿਲਾਂ ਸੋਚਦਾ ਵੀ ਚੱਲਣਾ ਕੀ ਹੈ, ਕਿਵੇਂ ਚੱਲਣਾ ਹੈ, ਕਿਹੋ ਜਿਹੀ ਕਾਰ ਕਿਰਤ ਕਰਨੀ ਹੈ। ਜਾਗਿਆ ਹੋਇਆ ਮਨੁੱਖ ਜਿਹੜਾ ਹੈ ਉਹ ਪਹਿਲਾਂ ਖਿਆਲ ਆਉਣ ਤੋਂ ਪਹਿਲਾਂ ਸੋਚ ਲੈਂਦਾ ਵੀ ਆਹ ਠੀਕ ਹੈ ਕਿ ਗਲਤ ਹੈ। ਇਹਨੂੰ ਕਹਿੰਦੇ ਨੇ ਜਾਗਿਆ ਹੋਇਆ। ਇਹ ਨਹੀਂ ਬਈ ਬੰਦਾ ਰੋਟੀ ਖਾਣ ਦਿਆ, ਪ੍ਰਸ਼ਾਦਾ ਖਾਣ ਦਿਆ, ਪ੍ਰਸ਼ਾਦੇ ਦਾ ਕੋਈ ਰਸ ਨਹੀਂ। ਬੰਦਾ ਰਸਤੇ 'ਤੇ ਤੁਰ ਰਿਹਾ, ਤੁਰ ਰਸਤੇ 'ਤੇ ਰਿਹਾ, ਪਰ ਖਿਆਲ ਕਿਤੇ ਹੋਰ ਗਏ ਹੋਏ ਨੇ, ਕੋਈ ਰਸ ਨਹੀਂ। ਇਹੀ ਕਾਰਨ ਹੈ ਸੇਵਾ ਕਰਦਿਆਂ ਕੋਈ ਰਸ ਨਹੀਂ ਆਉਂਦਾ, ਪਾਠ ਕਰਦਿਆਂ ਕੋਈ ਰਸ ਨਹੀਂ ਆਉਂਦਾ, ਕਥਾ ਕੀਰਤਨ ਵਿੱਚ ਕੋਈ ਰਸ ਨਹੀਂ ਆਉਂਦਾ। ਇਹੀ ਕਾਰਨ ਹੈ। ਅੱਛਾ, TV ਵੇਖਦਿਆਂ ਬੜਾ ਰਸ ਆ ਜਾਂਦਾ, ਆਉਂਦਾ। ਅਖਬਾਰਾਂ ਪੜ੍ਹਦਿਆਂ, ਮੈਗਜ਼ੀਨ ਪੜ੍ਹਦਿਆਂ, ਫਿਲਮਾਂ ਨਾਟਕ ਵੇਖਦਿਆਂ, ਮੋਬਾਇਲ ਚਲਾਉਂਦਿਆਂ ਕਿੰਨਾ ਰਸ ਆਉਂਦਾ ਬੰਦੇ ਨੂੰ। ਕਈ ਘੰਟੇ ਵੇਖੀ ਜਾਂਦਾ। ਅੱਛਾ, ਐਂ ਵੇਖਦਾ ਕੋਈ ਲਾਗੇ ਆਵਾਜ਼ ਵੀ ਮਾਰੇ ਨਾ, ਉਹਨੂੰ ਕੋਈ ਪਤਾ ਨਹੀਂ, ਸੁੱਧ ਕੀ ਨਾ ਬੁੱਧ ਰਹੀ। ਹੋਣੀ ਤਾਂ ਚਾਹੀਦੀ ਸੀ ਵੀ ਪਰਮਾਤਮਾ ਦੇ ਗਿਆਨ ਰਾਹੀਂ ਸੁਚੇਤ ਅਵਸਥਾ ਵਿੱਚ ਆਉਂਦਾ, ਪਰ ਨਹੀਂ। ਜਦੋਂ TV ਹੋਵੇ, ਇਹ ਚੀਜ਼ਾਂ ਹੋਣ, ਉਦੋਂ ਬੜਾ ਸੁਚੇਤ ਰਹਿੰਦਾ ਵੀ ਕਿਤੇ ਇੱਕ ਵੀ ਜਿਹੜੀ ਆ ਸੀਨ ਲੰਘ ਨਾ ਜਾਵੇ ਕਿਤੇ। ਵੇਖਿਆ ਬੰਦਾ ਰੋਟੀ ਖਾਣੀ ਛੱਡ ਦਿੰਦਾ, ਪਰ ਉਹ ਚੀਜ਼ ਨਹੀਂ ਛੱਡਦਾ, ਕਹਿੰਦਾ ਨਾ 5 ਮਿੰਟ ਰੋਕ ਕੇ ਖਾ ਲਾਂਗੇ। ਕਿੰਨਾ ਸੁਚੇਤ ਹੈ। ਪਰ ਇੱਧਰੋਂ ਧਰਮ ਵਾਲੇ ਪਾਸਿਓਂ ਚੇਤ ਆ, ਪਾਠ ਆਪੇ ਹੀ ਹੋ ਰਿਹਾ, ਜਪਜੀ ਸਾਹਿਬ ਚੱਲ ਰਿਹਾ ਹੁੰਦਾ ਹੈ, ਅਤੇ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਆ ਜਾਂਦਾ। ਜਿਨੀ ਨਾਮ ਤੇ ਹੈ ਗਏ ਮਸ਼ੱਕਤ ਕਾਲ ਲੈ, ਵੀ ਹੋ ਗਿਆ ਜਪਜੀ ਸਾਹਿਬ, ਸੁਖਮਣੀ ਸਾਹਿਬ ਹੋ ਗਿਆ, ਆਸਾ ਕੀ ਵਾਰ ਵੀ ਹੋ ਗਈ ਹੈ, ਪਤਾ ਹੀ ਨਹੀਂ ਲੱਗਿਆ। ਕਾਰਨ ਕੀ ਹੈ? ਅੰਦਰੋਂ ਸੁੱਤਾ ਹੋਇਆ ਹੈ, ਜਾਗਰਤ ਨਹੀਂ ਹੈ। ਜਾਗਿਆ ਹੋਇਆ ਮਨੁੱਖ ਜਿਹੜਾ ਉਹ ਸੁਚੇਤ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ ਜਾਗਿਆ ਹੋਇਆ ਮਨੁੱਖ ਜਿਹੜਾ ਹੈ ਉਹਨੂੰ ਇੱਕ ਇੱਕ ਨੁਕਤੇ ਦੀ ਇੱਕ ਇੱਕ ਸਮਝ ਆ ਜਾਂਦੀ ਹੈ। ਗੁਰਬਾਣੀ ਪੜ੍ਹਨ ਵਾਲਾ ਇੱਕ ਇੱਕ ਨੁਕਤੇ ਨੂੰ ਡੂੰਘਾਈ ਨਾਲ ਸਮਝ ਜਾਂਦਾ ਹੈ। ਅਤੇ ਇੱਕ ਵਾਰੀ ਜਪਜੀ ਸਾਹਿਬ ਕੀਤਾ ਅਤੇ ਸਾਰੀ ਜ਼ਿੰਦਗੀ ਸਫਲ ਹੋ ਗਈ। ਸਾਰੀ ਜ਼ਿੰਦਗੀ ਜਪਜੀ ਸਾਹਿਬ ਕੀਤੇ, ਬਦਲਿਆ 1% ਵੀ ਨਹੀਂ। ਕਿਉਂ? ਜਾਗਰਤ ਨਹੀਂ ਸੀ, ਸੁੱਤਾ ਹੋਇਆ ਸੀ। ਮਹਾਰਾਜ ਇਹ ਗੱਲ ਸਮਝਾਉਣਾ ਚਾਹ ਰਹੇ ਨੇ ਕਿ ਬ੍ਰਹਮ ਗਿਆਨੀ ਸਦਾ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬਸ ਇਹੀ ਕਾਰਨ ਹੈ ਕਿ ਆਪਣੇ ਅੰਦਰੋਂ ਹਉਮੈ ਨੂੰ, ਹੰਕਾਰ ਨੂੰ ਤਿਆਗ ਦਿੰਦਾ ਹੈ ਅਤੇ ਜਾਗਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਦੇ ਮਨ ਵਿੱਚ ਪਰਮ ਆਨੰਦ ਹੈ, ਸਦਾ ਖੇੜਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਦੇ ਹਿਰਦੇ ਘਰ ਵਿੱਚ ਸਦਾ ਹੀ ਆਨੰਦ ਰਹਿੰਦਾ ਹੈ, ਖੁਸ਼ੀ ਰਹਿੰਦੀ ਹੈ, ਨਿਰਾਸ਼ਾ ਨਹੀਂ ਆਉਂਦੀ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਬ੍ਰਹਮ ਗਿਆਨੀ ਆਤਮਕ ਅਡੋਲਤਾ ਦੇ ਸੁਖ ਸਹਿਜ ਵਿੱਚ ਟਿਕ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਹੈ ਨਾਨਕ, ਇਸੇ ਕਰਕੇ ਬ੍ਰਹਮ ਗਿਆਨੀ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਸੋ ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਬ੍ਰਹਮ ਗਿਆਨੀ ਪੁਰਖ ਦੇ ਜੀਵਨ ਦੀਆਂ ਜਿਹੜੀਆਂ ਖੂਬੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਆਓ ਅਸੀਂ ਵੀ ਪਾਤਸ਼ਾਹ ਜੀ ਦੇ ਦੱਸੇ ਹੋਏ ਇਹਨਾਂ ਗੁਣਾਂ ਨੂੰ, ਇਹਨਾਂ ਚੰਗਿਆਈਆਂ ਨੂੰ, ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ 'ਤੇ ਲੈ ਕੇ ਆਈਏ, ਤਾਂ ਜੋ ਸਾਡਾ ਵੀ ਜੀਵਨ ਜਿਹੜਾ ਉਹ ਮਹਾਨ ਬਣੇ, ਚੰਗਾ ਬਣੇ ਅਤੇ ਗੁਰੂ ਆਸ਼ੇ ਅਨੁਸਾਰ ਬਣੇ। ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,